दहकदे अंगियारां ते सौंदे रहने लोग। इस तरह भी रात नू, इस तरह भी रात नू रुशनाउंदे रहने लोग। ਸਾਡੇ ਬਜ਼ੁਰਗਾਂ ਦੀ ਵੀ ਲੰਘੀ, ਸਾਡੀ ਵੀ ਲੰਘੀ। ਹੁਣ ਸਾਡੇ ਬੱਚਿਆਂ ਨੇ ਸਾਨੂੰ ਆਇਆ ਵੀ ਸਾਨੂੰ ਤਾਂ ਬਹੁਤ ਔਖੇ ਲੰਘੇ ਸੀ। ਸਾਡੇ ਬੱਚਿਆਂ ਦੀ ਜ਼ਿੰਦਗੀ ਸਿਖਾਈ ਹੋਵੇ। ਨਾ ਕਤਲ ਹੋਏ ਨਾ ਹੋਵਣਗੇ इश्क देगी। ਅਸੀਂ ਆਪਦਾ ਤੀਜੇ ਹਿੱਸਾ ਮੰਗਦਾ ਜੀ, ਸਾਨੂੰ ਦੇਣ ਨਹੀਂ ਦਿੰਦਾ ਪਿੰਡ ਸਾਡਾ। ना होवणगे इश्क देगी। एक पासे 200 परिवार इस ਜ਼ਮੀਨ ਨੂੰ ਲੈਣ ਦੀ ਮੰਗ ਕਰ ਰਹੇ ਤੇ ਕਿ ਅਸੀਂ ਸਾਂਝੀ ਖੇਤੀ ਕਰਨੀ ਆ। ਅਸੀਂ ਲੋਕਾਂ ਦੀਆਂ ਇਹਨਾਂ ਵੱਟਾਂ ਦੇ ਉੱਤੇ ਸਾਡੀਆਂ ਔਰਤਾਂ ਨੇ ਜਿਹੜੀਆਂ ਇਹਨਾਂ ਨੂੰ ਜਲਾਲਤ ਜਿਹੜੀ ਸਹਿਣੀ ਪੈਂਦੀ ਹੈਗੀ। ਇਸ ਕਰਕੇ ਅਸੀਂ ਆਪਣੀ ਜਿਹੜੀ ਜਦੋਂ ਜ਼ਮੀਨ ਪਿੰਡ ਦੇ ਵਿੱਚ ਹੈਗੀ ਅਸੀਂ ਆਪਣੀ ਜ਼ਮੀਨ ਲੈ ਕੇ ਆਪਣੇ ਖੇਤਾਂ ਦੇ ਵਿੱਚ ਜਾਵਾਂਗੇ। ਅਸੀਂ ਬਗਾਨੀਆਂ ਵੱਟਾਂ ਦੇ ਉੱਤੇ ਨਹੀਂ ਜਾਵਾਂਗੇ। दहकदे अंगियारां ते बैठी रहांगे, देखी जाऊगी। चाहे मरना चाहे मर जाएंगे, नहीं मार देंगे किसी पहला भी था मुकाबला पूरा हुआ साडा, हुण भी हो जी। हनेरियां नू जे भुलेखा है हनेर पाउण दा। ਇਹਨਾਂ ਨੂੰ ਬਲਵੀਰ ਡਾਕਟਰ ਨੂੰ ਸ਼ਰਮ ਨਹੀਂ ਆਉਂਦੀ। नू रोक वी ਸਾਡੇ ਪਿੰਡ ਦੇ ਤਾਂ ਫੇਰ ਵੀ ਸਾਡੇ ਨਾਲ ਰਲ ਜਾਣਗੇ, ਇਹ ਸਾਡੇ ਪਿੰਡ 'ਚ ਵੱਢ ਜੋਗਾ ਹੀ ਰਹਿਣਾ। ਹਨੇਰਿਆਂ ਨੂੰ ਰੋਕ ਵੀ ਪਾਉਂਦੇ ਰਹਿਣੇ ਲੋਕ। ਡਾਕਟਰ ਬਲਵੀਰ ਸਿੰਘ ਜਿਹੜੇ ਸਿਹਤ ਮੰਤਰੀ ਨੇਗੇ, ਉਹਨਾਂ ਨੇ ਸਾਨੂੰ ਸਿੱਧੇ ਤੌਰ ਦੇ ਉੱਤੇ ਇਹ ਗੱਲ ਕਹੀਤੀ ਕਿ ਅਸੀਂ ਜਿਹੜਾ ਜ਼ਮੀਨ ਵਾਲੇ ਦੇ ਉੱਤੇ ਤੁਸੀਂ ਗੱਲ ਨਾ ਕਰੋ, ਤੁਸੀਂ ਜ਼ਮੀਨ ਵਾਲਾ ਭੁੱਲ ਜਾਓ। ਜ਼ਮੀਨ ਆ ਜਿਹੜੀ ਜਿਹਦੇ ਲਵੇ ਹੈਗੀ ਆ ਉਹਨਾਂ ਲਵੇ ਰਹਿਣ ਦਿਓ। ਜੇ ਤੁਸੀਂ ਇਸ ਗੱਲ ਲਈ ਸਹਿਮਤੀ ਦਿੰਦੇ ਹੋ ਕਿ ਅਸੀਂ ਜ਼ਮੀਨ ਦੀ ਗੱਲ ਨਹੀਂ ਕਰਾਂਗੇ ਤਾਂ ਜਿਹੜੇ ਛੋਟੇ 17 ਬੰਦਿਆਂ ਦੇ ਉੱਤੇ ਪਰਚਾ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਹੋਇਆ, ਅਸੀਂ ਉਹਨਾਂ ਦੀ ਫੇਰ ਰਿਹਾਈ ਦੀ ਗੱਲ ਕਰਾਂਗੇ। ਪਹਿਲਾਂ ਇਸ ਗੱਲ ਦੀ ਸਹਿਮਤੀ ਦਿਓ ਵੀ ਅਸੀਂ ਉਸ ਜ਼ਮੀਨ ਦੇ ਵਿੱਚ ਦੁਬਾਰਾ ਨਹੀਂ ਜਾਵਾਂਗੇ। ਮੌਤ ਬਣ ਕੇ ਮੌਤ ਦੀ ਆਉਂਦੇ ਰਹਿਣੇ ਲੋਕ। ਸਾਡੀ ਕੋਈ ਸੁਣਵਾਈ ਨਹੀਂ ਜੀ ਹੋ ਰਹੀ ਹੈਗੀ। ਹਾਂ ਨਾ ਸਾਨੂੰ ਹੁਣ ਧਮਕੀਆਂ ਦਿੰਦੇ ਨੇ ਵੀ ਜ਼ਮੀਨ ਕਹਿੰਦਾ ਝਾਕਣਾ ਕੀ ਹੈ, ਤੁਹਾਡੇ ਪਲਾਟ ਵੀ ਢਹਾਵਾਂਗੇ। ਹੁਣ ਸਾਡੀ ਇਹੀ ਮੰਗ ਹੈ ਵੀ ਸਾਨੂੰ ਜ਼ਮੀਨ ਵੀ ਜ਼ਰੂਰੀ ਮਿਲਣੀ ਚਾਹੀਦੀ ਜੀ, ਸਾਡੇ ਪਲਾਟ ਵੀ ਸਾਡੇ ਨਾਲ ਹੋਣੇ ਚਾਹੀਦੇ ਨੇ। ਸਾਡੇ ਬੱਚੇ ਜਿਵੇਂ ਅਸੀਂ ਤੰਗ ਹੋ ਰਹੇ, ਸਾਡੇ ਬੱਚੇ ਤੰਗ ਨਾ ਹੋਣ ਜੀ, ਅਸੀਂ ਬਹੁਤ ਤੰਗ ਹੋ ਰਹੇ ਜੀ। ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਤੋਂ। ਇਸ ਵਕਤ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਆ, ਰਾਤ ਦਾ ਸਮਾਂ। ਇਸ ਵਕਤ ਭਾਵੇਂ ਕਿ ਚਹਿਲ ਪਹਿਲ ਆ, ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੋਲ ਬੈਠੇ ਆ। ਲੋਕ ਆਪਦੇ ਕੰਮਾਂ ਕਾਰਾਂ ਤੋਂ ਆਪਦੇ ਘਰਾਂ ਨੂੰ ਜਾ ਰਹੇ ਨੇ। ਥੋੜੇ ਟਾਈਮ ਬਾਅਦ ਇਹ ਸੜਕਾਂ ਸ਼ਾਂਤ ਹੋ ਜਾਣਗੀਆਂ, ਸਾਰੇ ਲੋਕ ਆਪਦੇ ਘਰਾਂ ਦੇ ਵਿੱਚ ਸੈਟਲ ਹੋ ਜਾਣਗੇ, ਰੋਟੀ ਖਾ ਕੇ ਸੌ ਜਾਣਗੇ। ਪਰ ਇੱਥੇ ਕੁਝ ਲੋਕ ਬੈਠੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੋਲੇ। ਇੱਥੇ ਨੇੜੇ ਹੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਰਿਹਾਇਸ਼ ਆ। ਇਹਨਾਂ ਲੋਕਾਂ ਦਾ ਕੁਝ ਰੋਸ ਆ, ਇਹਨਾਂ ਦੇ ਕੁਝ ਮੰਗਾਂ ਨੇ ਔਰ ਇਹ ਖੁੱਲੇ ਅਸਮਾਨ ਹੇਠ ਇੱਥੇ ਰਾਤਾਂ ਕੱਟਣ ਨੂੰ ਮਜਬੂਰ ਨੇ। ਗਰਮੀ ਦਾ ਮੌਸਮ ਆ, ਦਿਨੇ ਗਰਮੀ ਵੀ ਬਹੁਤ ਹੁੰਦੀ ਆ ਤੇ ਰਾਤ ਕੱਟਣੀ ਵੀ ਕੋਈ ਬਹੁਤ ਸੌਖੀ ਨਹੀਂ ਹੈ। ਆਪਾਂ ਇਹਨਾਂ ਲੋਕਾਂ ਤੋਂ ਪੁੱਛਾਂਗੇ ਕਿ ਇੱਥੇ ਕਿਉਂ ਬੈਠੇ ਨੇ, ਇਹੋ ਜੀ ਕੀ ਮਜਬੂਰੀ ਆ ਕਿ ਆਪਦੇ ਘਰ-ਬਾਰ ਕੰਮਕਾਰ ਛੱਡ ਕੇ, ਖਾਸ ਕਰਕੇ ਵੱਡੀ ਗਿਣਤੀ ਵਿੱਚ ਔਰਤਾਂ ਦਲਿਤ ਔਰਤਾਂ ਇੱਥੇ ਉਹ ਬੈਠੀਆਂ ਨੇ। ਇਹਨਾਂ ਦਾ ਮਸਲਾ ਕੀ ਆ? ਸਾਡੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਮੰਗਾਂ ਨੇ ਜੀ ਤੁਹਾਡੀਆਂ ਕਿ ਤੁਹਾਨੂੰ ਪਟਿਆਲੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੀ ਰਿਹਾਇਸ਼ ਦੇ ਕੋਲੇ ਇੱਥੇ ਖੁੱਲੇ ਅਸਮਾਨ ਹੇਠ ਬੈਠਣਾ ਪੈ ਰਿਹਾ, ਰਾਤਾਂ ਇੱਥੇ ਕੱਟਣੀਆਂ ਪੈ ਰਹੀਆਂ ਨੇ? ਇਹ ਅਸੀਂ ਪਿੰਡ ਮਰੌੜ ਦੇ ਅੰਦਰ ਪਿਛਲੇ ਦਿਨੀ ਆਪਣੇ ਹਿੱਸੇ ਦੀ ਜ਼ਮੀਨ ਲੈਣ ਵਾਸਤੇ ਪ੍ਰਸ਼ਾਸਨ ਦੇ ਜਿਹੜਾ ਲਗਾਤਾਰ ਤਰਲੇ ਮਿੰਨਤਾਂ ਕਰਦੇ ਰਹੇ ਹੈਗੇ। ਉਹਨਾਂ ਨੇ 4 ਵਾਰ ਲਗਭਗ ਬੋਲੀ ਕੈਂਸਲ ਕਰਕੇ ਅਸੀਂ ਇਹ ਮੰਗ ਇਹ ਵੀ ਕੀਤੀ ਕਿ ਸਾਡੀ ਐਸੀ ਧਰਮਸ਼ਾਲਾ ਦੇ ਵਿੱਚ ਹੋਣੀ ਚਾਹੀਦੀ ਹੈ। ਆਹ ਲਾ ਕਹਿੰਦਾਗਾ ਕਿਉਂਕਿ ਉਹਨਾਂ ਦੀ ਕੰਡੀਸ਼ਨਾਂ ਜਿਹੜੀਆਂ ਨਵਾਂ ਨੋਟੀਫਿਕੇਸ਼ਨ ਆਇਆ ਬੋਲੀਆਂ ਵਾਲਾ, ਉਹਦੇ ਵਿੱਚ ਸਾਰੀਆਂ ਕੰਡੀਸ਼ਨਾਂ ਦਰਜ ਨੇ ਕਿ ਡੰਮੀ ਬੋਲੀ ਜੇ ਕੋਈ ਦਿੰਦਾਗਾ ਤਾਂ ਉਹਨੂੰ ਜ਼ਮੀਨ ਨਾ ਦਿੱਤੀ ਜਾਵੇ ਤੇ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਉਹਦੇ 'ਚ ਕੰਡੀਸ਼ਨਾਂ ਹੈਗੀਆਂ ਸੀਗੀਆਂ। ਪਰ ਇੱਥੇ ਉਹ ਸਾਰੀਆਂ ਕੰਡੀਸ਼ਨਾਂ ਨੂੰ ਪਾਸੇ ਰੱਖ ਕੇ ਪਿੰਡ ਦੇ ਵਿੱਚ ਪੁਲਿਸ ਦੀ ਇੱਕ ਵੱਡੀ ਨਫਰੀ ਲਾ ਕੇ ਉਹ ਜ਼ਮੀਨ ਦੀ ਜਿਹੜੀ ਉਹ ਧੱਕੇ ਦੇ ਨਾਲ ਬੋਲੀ ਕਰਵਾਈ ਗਈ। ਉੱਥੇ ਮਾਹੌਲ ਆ ਜਿਹੜਾ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ, ਪੂਰੇ ਪਿੰਡ ਨੂੰ ਸੌਣੀ ਦੇ ਵਿੱਚ ਤਬਦੀਲ ਕੀਤਾ ਗਿਆ। ਸਾਡੇ ਲੋਕਾਂ ਨੂੰ 4 ਵਾਰ ਜਿਹੜਾ ਬੋਲੀ ਤੇ ਗਿਆ ਨੂੰ ਉਹ ਤਸੱਦਦ ਦਾ ਪਹਿਲਾਂ ਪਿੰਡ ਦੇ ਜਿਹੜੇ ਚੌਧਰੀ ਉਹ ਜ਼ਮੀਨ ਦੇ ਉੱਤੇ ਪਹਿਲਾਂ ਤੋਂ ਕਾਬਜ਼ ਨੇ, ਉਹਨਾਂ ਦੇ ਤਸੱਦਦ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ 2 ਵਾਰ ਹੋਰ ਬੋਲੀ ਕੈਂਸਲ ਹੁੰਦੀ ਆ।
ਪੁਲਿਸ ਦੀਆਂ ਜਿਹੜੀਆਂ ਡਾਂਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਅਸੀਂ ਜਿਹੜਾ ਉਹ ਜ਼ਮੀਨ ਦੀ ਬੋਲੀ ਐਸੀ ਧਰਮਸ਼ਾਲਾ ਦੇ ਵਿੱਚ ਕਰਵਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਉੱਥੇ ਭਾਵੇਂ ਪ੍ਰਸ਼ਾਸਨ ਨੇ ਐਸੀ ਧਰਮਸ਼ਾਲਾ ਦੇ ਵਿੱਚ ਬੋਲੀ ਰੱਖ ਲਈ, ਉਸ ਬੋਲੀ ਵਾਲੇ ਦਿਨ ਵੀ ਲੋਕ ਇਸ ਗੱਲ ਦਾ ਰੋਸ ਕਰ ਰਹੇ ਤੇ ਕਿ ਪ੍ਰਸ਼ਾਸਨ ਤੇ ਪਿੰਡ ਦੇ ਜਿਹੜਾ ਚੌਧਰੀਆਂ ਵੱਲੋਂ ਇੱਕ ਡੰਮੀ ਬੰਦਾ ਜਿਹੜਾ ਖੜਾ ਕੀਤਾ ਗਿਆਗਾ, ਜਿਹੜਾ ਇਹ ਜ਼ਮੀਨ ਉਹਨਾਂ ਚੌਧਰੀਆਂ ਨੂੰ ਹੀ ਦੁਬਾਰੇ ਜਿਹੜੇ ਪਿੰਡ ਦੇ ਕੁਝ ਰਸੂਖਵਾਨ ਬੰਦੇ ਨੇ ਵੀ ਉਹਨਾਂ ਨੂੰ ਹੀ ਦਊਗਾ, ਤੇ ਉਹਨਾਂ ਨੇ ਜਿਹੜਾ ਬੰਦਾ ਉਹ ਖੜਾ ਕੀਤਾ ਹੋਇਆਗਾ। ਸਾਨੂੰ ਇਸ ਚੀਜ਼ ਦੇ ਉੱਤੇ ਖਦਸ਼ਾ ਹੈਗਾ। ਪ੍ਰਸ਼ਾਸਨ ਨੇ ਤੇ ਉੱਤੇ ਜਿਹੜੀ ਲੱਗੀ ਹੋਈ ਪੁਲਿਸ ਦੀ, ਉਹਨਾਂ ਨੇ ਇਹਨਾਂ ਮਤਲਬ ਸਾਡੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਆਪਣੇ ਕੰਨਾਂ ਦੇ ਵਿੱਚ ਰੂੰ ਪਾ ਲਈ। ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਤੇ ਉੱਤੇ ਉਹਨਾਂ ਨੂੰ ਬਾਰ-ਬਾਰ ਅਪੀਲ ਕੀਤੀ, ਫਿਰ ਵੀ ਪੁਲਿਸ ਨੇ ਸਾਡੇ ਜਿਹੜੇ ਇੱਕ ਪਾਸੇ 200 ਪਰਿਵਾਰ ਇਸ ਜ਼ਮੀਨ ਨੂੰ ਲੈਣ ਦੀ ਮੰਗ ਕਰ ਰਹੇ ਤੇ ਕਿ ਅਸੀਂ ਸਾਂਝੀ ਖੇਤੀ ਕਰਨੀ ਆ, ਅਸੀਂ ਲੋਕਾਂ ਦੀਆਂ ਇਹਨਾਂ ਵੱਟਾਂ ਦੇ ਉੱਤੇ ਸਾਡੀਆਂ ਔਰਤਾਂ ਨੇ ਜਿਹੜੀਆਂ, ਇਹਨਾਂ ਨੂੰ ਜਲਾਲਤ ਜਿਹੜੀ ਸਹਿਣੀ ਪੈਂਦੀ ਹੈਗੀ, ਇਸ ਕਰਕੇ ਅਸੀਂ ਆਪਣੀ ਜਿਹੜੀ ਜਦੋਂ ਜ਼ਮੀਨ ਪਿੰਡ ਦੇ ਵਿੱਚ ਹੈਗੀ, ਅਸੀਂ ਆਪਣੀ ਜ਼ਮੀਨ ਲੈ ਕੇ ਆਪਣੇ ਖੇਤਾਂ ਦੇ ਵਿੱਚ ਜਾਵਾਂਗੇ, ਅਸੀਂ ਬਗਾਨੀਆਂ ਵੱਟਾਂ ਦੇ ਉੱਤੇ ਨਹੀਂ ਜਾਵਾਂਗੇ। ਤਾਂ ਉਹਨਾਂ ਸਾਡੇ ਲੋਕਾਂ ਨੂੰ ਜਿਹੜੇ 200 ਪਰਿਵਾਰ ਜ਼ਮੀਨ ਲੈਣ ਵਾਸਤੇ ਖੜਾ ਹੋਇਆ ਸੀ, ਪੁਲਿਸ ਲਾ ਕੇ ਉਹਨਾਂ ਨੂੰ ਬਾਹਰ ਹੀ ਰੋਕ ਲਿਆ। ਤੇ ਉਹਨਾਂ ਨੂੰ ਜਦੋਂ ਬਾਹਰ ਰੋਕਿਆ ਹੋਇਆ ਤਾਂ ਸਾਡੇ ਲੋਕ ਇਹ ਵੀ ਗੱਲ ਕਹਿ ਰਹੇ ਤੇ ਵੀ ਜਿਹੜਾ ਅੰਦਰ ਬੈਠਾ ਬੰਦਾ ਉਹ ਅੱਗੇ ਲੈ ਕੇ ਉਹਨੇ ਜ਼ਮੀਨ ਦੇਣੀ ਆ, ਕਿਉਂਕਿ ਜਦੋਂ ਝਲੂਰ ਵੇਲੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਦਲਿਤਾਂ ਦੀ ਜ਼ਮੀਨ ਦੀ ਲੜਾਈ ਸ਼ੁਰੂ ਹੋਈ, ਉਹਦੇ ਵਿੱਚ ਮਾਤਾ ਗੁਰਦੇਵ ਕੌਰ ਦਾ ਜਿਹੜਾ ਕਤਲ ਕੀਤਾ ਗਿਆ, ਉਸ ਸਮੇਂ ਸਰਕਾਰ ਨੇ ਜਿਹੜੀਆਂ ਖਾਸ ਕਰਕੇ ਐਸੀ ਜ਼ਮੀਨ ਦੀਆਂ ਬੋਲੀਆਂ ਨੂੰ ਲੈ ਕੇ ਇੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਉਹਦੇ ਵਿੱਚ ਸਾਫ਼ ਤੌਰ ਤੇ ਬਹੁਤ ਸਾਰੀਆਂ ਜਿਹੜੀਆਂ ਉਹਨੇ ਹਦਾਇਤਾਂ ਨੇ ਉਹਨਾਂ ਲਿਖੀਆਂ ਕਿ ਜਿਹੜਾ ਇਸ ਤਰ੍ਹਾਂ ਦਾ ਕੰਮ ਆ ਉਹ ਕਿਤੇ ਦੁਬਾਰਾ ਨਾ ਹੋਵੇ, ਦੁਬਾਰਾ ਕਿਸੇ ਦਲਿਤ ਔਰਤ ਦਾ ਕਤਲ ਨਾ ਹੋਵੇ, ਕਿਸੇ ਦਲਿਤਾਂ ਦੇ ਜਿਹੜੇ ਸਿਰਾਂ ਦੇ ਵਿੱਚ ਡਾਂਗਾ ਨਾ ਵੱਜਣ, ਉਹਨਾਂ ਨੂੰ ਬਗਾਨੀਆਂ ਵੱਟਾਂ ਦੇ ਉੱਤੇ ਜਲਾਲਤ ਨਾ ਸਹਿਣੀ ਪਵੇ ਜਾ ਕੇ। ਤਾਂ ਉਹ ਸਾਰਾ ਜਿਹੜਾ ਉਹ ਨੋਟੀਫਿਕੇਸ਼ਨ ਦੇ ਵਿੱਚ ਚੀਜ਼ਾਂ ਪਾਈਆਂ ਗਈਆਂ, ਉਹਦੇ ਵਿੱਚ ਇੱਕ ਲਾਈਨਾਂ ਇਹ ਲਿਖੀਆਂ ਹੋਈਆਂ ਸੀ ਕਿ ਜੇ ਕੋਈ ਬੰਦਾ ਕਿਸੇ ਉੱਚ ਕਾਸਟ ਨਾਲ, ਕਿਸੇ ਪਿੰਡ ਦੇ ਜ਼ਿਮੀਂਦਾਰ ਨਾਲ, ਕਿਸੇ ਰਸੂਖਮਾਨ ਬੰਦੇ ਨਾਲ ਕੋਈ ਦਿਹਾੜੀ ਜੋਤਾ ਕਰਦਾਗਾ, ਉਹਦੇ ਨਾਲ ਕੋਈ ਸੀਰੀ ਪਾਲੀ ਹੈਗਾ, ਉਹਨੂੰ ਉਹਨਾਂ ਚਿਰ ਜਿਹੜਾ ਬੋਲੀ ਦੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ ਜਿੰਨਾ ਚਿਰ ਪਿੰਡ ਦੀ ਇੱਕ ਵੱਡੀ ਗਿਣਤੀ ਹੈ ਜਿਹੜੀ ਉਸ ਦੇ ਹੱਕ ਦੇ ਵਿੱਚ ਲਿਖ ਕੇ ਨਹੀਂ ਦੇ ਦੂਗੀ ਵੀ ਇਹ ਬੰਦਾ ਜਿਹੜਾ ਉਹ ਆਪ ਖੇਤੀ ਕਰੂਗਾ। ਪਰ ਇਸ ਪਿੰਡ ਦੇ ਵਿੱਚ ਅੱਧਾ ਤਾਂ ਛੱਡੋ, ਸਾਰੇ ਦਾ ਸਾਰਾ ਜਿਹੜਾ ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕ ਤੇ ਉਹ ਇਸ ਗੱਲ ਨੂੰ ਕਹਿ ਰਹੇ ਤੇ ਹੱਥ ਦੇ ਵਿੱਚ ਉਹ ਨੋਟੀਫਿਕੇਸ਼ਨ ਫੜ ਕੇ ਸਰਕਾਰ ਨੂੰ ਦਿਖਾ ਰਹੇ ਤੇ ਉੱਥੇ ਪ੍ਰਸ਼ਾਸਨ ਨੂੰ ਦਿਖਾ ਰਹੇ ਤੇ ਕਿ ਆਹ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਤੁਸੀਂ ਇਹਨਾਂ ਦੀ ਉਲੰਘਣਾ ਕਰਕੇ ਜਿਹੜੀ ਉਹਦੀ ਧੱਕੇ ਨਾਲ ਬੋਲੀ ਕਰ ਰਹੇ ਹੋਗੇ। ਪੰਚਾਇਤੀ ਰਾਜ ਐਕਟ ਹੈਗਾ, ਇੱਕ ਬੰਦਾ 10 ਕਿੱਲਿਆਂ ਤੋਂ ਵੱਧ ਆ ਜਿਹੜੀ ਵੀ ਬੋਲੀ ਨਹੀਂ ਦੇ ਸਕਦਾ। ਉੱਥੇ ਸਾਡੇ ਦਲਿਤ ਲੋਕਾਂ ਦੀ ਜਿਹੜੀ ਬਿਲਕੁਲ ਗੱਲ ਕੋਈ ਵੀ ਸੁਣੀ ਨਹੀਂ ਗਈ, ਅੰਦਰ ਵਾੜ ਕੇ ਉਸ ਬੰਦੇ ਜਿਹੜੇ ਬਾਹਰੋਂ ਬੋਲੀ ਵਾਸਤੇ ਬੁਲਾਏ ਗਏ, ਉਹਨਾਂ ਚੋਂ ਪਿੰਡ ਦੇ 2 ਜਿਹੜੇ ਨਸ਼ਾ ਤਸਕਰੀ ਦੇ ਜਿਨ੍ਹਾਂ ਦੇ ਉੱਤੇ ਕੇਸ ਲੱਗੇ ਹੋਏ ਨੇਗੇ, ਉਹਨਾਂ ਨੂੰ ਦੋਵੇਂ ਬਾਪ ਪੁੱਤਾਂ ਨੂੰ ਉੱਥੇ ਜਿਹੜੀ 33 ਏਕੜ ਜ਼ਮੀਨ ਹੈਗੀ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਦਿੱਤੀ ਗਈ। ਉਸ ਤੋਂ ਬਾਅਦ ਕੱਲਾ ਉੱਥੇ ਹੀ ਬਸ ਨਹੀਂ, ਫਿਰ ਜਦੋਂ ਬੋਲੀ ਹੋ ਗਈ ਸਾਡੇ ਲੋਕ ਵਿਰੋਧ ਕਰਨ ਲੱਗੇ, ਉੱਥੇ ਵੀ ਸਾਡੇ ਜਿਹੜੀਆਂ ਔਰਤਾਂ ਨੂੰ ਘੜੀਸ ਕੇ ਪਿੰਡ ਦੇ ਕੜਾਮ ਚੌਧਰੀਆਂ ਵੱਲੋਂ ਪੁਲਿਸ ਵੱਲੋਂ ਕੁੱਟਿਆ ਗਿਆ। ਅਸੀਂ ਡੀਸੀ ਸਾਹਿਬ ਦੇ ਲਵੇ ਆਏ, ਉਹਨਾਂ ਨੇ 2 ਦਿਨਾਂ ਦੇ ਵਿੱਚ ਇਨਕੁਆਇਰੀ ਕਰਕੇ ਜਿਹੜਾ ਸਾਰੇ ਮਾਮਲੇ ਨੂੰ ਜਿਹੜਾ ਸੈੱਟ ਕਰਨ ਦਾ ਕਿਹਾ। ਡਿਪਟੀ ਸੀਓ ਸਾਹਿਬ ਦੀ ਜਿਹੜੀ ਡਿਊਟੀ ਲਗਾਈ ਗਈ, 2 ਦਿਨ ਜਿਹੜੇ ਉਹ ਮੁੜ ਕੇ ਕਦੇ ਆਏ ਨਹੀਂ। ਇਹੀ ਡੀਸੀ ਸਾਹਿਬ ਜਦੋਂ ਅਸੀਂ ਕੋਈ ਮੰਗ ਲੈ ਕੇ ਜਾਂਦੇ ਆ ਕੋਈ 5 ਮਰਲੇ ਪਲਾਟਾਂ ਦੀ, ਤਾਂ ਉਹ ਜਿਹੜਾ ਇੱਕ ਨੋਟੀਫਿਕੇਸ਼ਨ ਜਿਹੜਾ ਬਣਿਆ ਹੋਇਆਗਾ ਉਹਦੇ 'ਚ ਬਹੁਤ ਸਾਰੀਆਂ ਹਦਾਇਤਾਂ ਉਹ ਨੇ ਜਿਹੜੀਆਂ ਕੋਈ ਦਲਿਤ ਪੂਰੀਆਂ ਕਰ ਹੀ ਨਹੀਂ ਸਕਦਾ। ਮਤਲਬ ਜਦੋਂ ਕੁਝ ਦੇਣਾ ਹੁੰਦਾ ਦਲਿਤਾਂ ਨੂੰ ਤਾਂ ਉਹ ਬਹੁਤ ਸਾਰੀਆਂ ਕਾਨੂੰਨ ਦੀਆਂ ਗੱਲਾਂ ਕਰਕੇ ਜਿਹੜਾ ਉਹਨਾਂ ਦਾ ਹੱਕ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਇੱਥੇ ਕਾਨੂੰਨ ਹੱਕ ਦੇ ਵਿੱਚ ਹੋਣ ਦੇ ਬਾਵਜੂਦ ਵੀ ਹੈ ਜਿਹੜਾ ਉਹ ਸਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਹੁਣ ਸਥਿਤੀ ਕੀ ਆ? ਕਿੰਨੀ ਪੰਚਾਇਤੀ ਜ਼ਮੀਨ ਦਾ ਇਸ਼ੂ ਆ ਤੇ ਹੁਣ ਉਹ ਜ਼ਮੀਨ ਕਿਹਦੇ ਕਬਜ਼ੇ 'ਚ ਆ? ਹੁਣ ਸਥਿਤੀ ਕੀ ਆ? ਸਥਿਤੀ ਪਿੰਡ ਦੇ ਵਿੱਚ ਉਹ ਜਿਹੜੀ ਬੋਲੀ ਹੋਈ ਸੀ, ਉਹ ਬੋਲੀ ਦੇ ਦੌਰਾਨ ਜਿਹੜੇ 2 ਬੰਦਿਆਂ ਨੂੰ ਜਾਗਰ ਸਿੰਘ ਤੇ ਉਹਨਾਂ ਦਾ ਬੇਟਾ ਇੱਕ ਲਾਡੀ ਹੈਗਾ, ਉਹਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਕੇਸ ਵੀ ਨੇਗੇ।
ਤੇ ਉਹਨਾਂ ਨੇ ਬੋਲੀ ਦੇ ਉੱਤੇ ਜ਼ਮੀਨ ਲਈ ਤੇ ਅੱਗੇ ਜਿਹੜੇ ਪਹਿਲਾਂ ਤੋਂ ਲਗਾਤਾਰ ਵਾਹੁੰਦੇ ਆਉਂਦੇ ਨੇ ਜ਼ਮੀਨ, ਉਹ ਪਿੰਡ ਦੇ ਵਿੱਚ ਇੱਕ ਦਰਸ਼ਨ ਸਿੰਘ ਹੈਗਾ, ਲਾਡੀ ਸਿੰਘ ਨੇ ਜਿਹੜਾ ਉਹਨੂੰ ਜ਼ਮੀਨ ਦਿੱਤੀ ਹੈਗੀ, ਜਿਹੜਾ ਉਹਦਾ ਪਿਓ ਜਾਗਰ ਸਿੰਘ ਹੈਗਾ ਉਹਨੇ ਅੱਗੇ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰਾਂ ਦਾ ਹੋਰ ਜਾਗਰ ਸਿੰਘ ਹੈਗਾ, ਉਹ ਜਾਗਰ ਸਿੰਘ ਨੂੰ ਜਿਹੜੀ ਜ਼ਮੀਨ ਦਿੱਤੀ ਤੇ ਅਮਰਜੀਤ ਸਿੰਘ ਨੂੰ ਜਿਹੜੀ ਜ਼ਮੀਨ ਦਿੱਤੀ ਹੈਗੀ। ਤੇ ਉਹ ਇਹ ਸਾਬਤ ਵੀ ਹੋ ਗਿਆ ਜਦੋਂ ਜੀਰੀ ਲੱਗ ਰਹੀ ਸੀਗੀ, ਪਿੰਡ ਦੇ ਜਿਹੜੇ ਜਰਨਲ ਵਰਗ ਦੇ ਨੌਜਵਾਨ ਤੇ ਉੱਥੇ ਜੀਰੀ ਲਾ ਰਹੇ ਸੀਗੇ ਤੇ ਜਿਹੜੇ ਜਰਨਲ ਵਰਗ ਦੇ ਉਹਨਾਂ ਲੋਕਾਂ ਲਵੇ ਟਰੈਕਟਰ ਸੀਗੇ ਉਹ ਉਹਦਾ ਗਾਹਣ ਕਰ ਰਹੇ ਸੀ ਤੇ ਉਹ ਸਾਈਡ ਦੇ ਉੱਤੇ ਖੜਾ ਸੀਗਾ। ਮਤਲਬ ਅੱਜ ਤੱਕ ਇਤਿਹਾਸ ਦੇ ਵਿੱਚ ਅਸੀਂ ਇੱਕ ਚੀਜ਼ ਕਿਤੇ ਵੀ ਨਹੀਂ ਦੇਖੀ ਕਿ ਜਰਨਲ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਐਸੀਆਂ ਨੂੰ ਜੀਰੀ ਲਾ ਕੇ ਦੇਣ। ਤੇ ਮੁੜ ਕੇ ਉਸ ਤੋਂ ਬਾਅਦ ਇਹਨਾਂ ਦੇ ਪ੍ਰੈਸ਼ਰ ਕਾਰਨ ਉਹ ਕਾਨੂੰਨ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਗਈਆਂ ਤੇ ਸਾਡੇ ਲੋਕਾਂ ਨੂੰ ਲਗਾਤਾਰ ਹੁਣ ਤੱਕ ਜਿਹੜਾ ਧਮਕਾਇਆ ਜਾ ਰਿਹਾ ਹੈਗਾ। ਲਗਾਤਾਰ ਜਿਹੜੀ ਸਿਹਤ ਮੰਤਰੀ ਨਾਲ ਵੀ ਮੀਟਿੰਗ ਹੋਈ ਹੈਗੀ, ਨਾ ਤਾਂ ਉਹ ਸਾਡੇ ਬੰਦੇ ਜਿਹੜੇ ਅਰੈਸਟ ਕੀਤੇ ਤੇ ਉਹਨਾਂ ਨੂੰ ਛੱਡਣ ਲਈ ਤਿਆਰ ਨੇ ਤੇ ਨਾ ਹੀ ਇਹ ਜ਼ਮੀਨ ਦੀ ਜਿਹੜੀ ਬੋਲੀ ਆ ਉਹ ਰੱਦ ਕਰਨ ਲਈ ਤਿਆਰ ਨੇ। ਪਿਛਲੇ 2 ਤਰੀਕ ਨੂੰ ਡਾਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਤੇ ਡਾਕਟਰ ਸਾਹਿਬ ਮੰਨ ਲਾ ਇਹ ਡਾਕਟਰ ਬਲਵੀਰ ਸਿੰਘ ਜਿਹੜੇ ਸਿਹਤ ਮੰਤਰੀ ਨੇਗੇ, ਉਹਨਾਂ ਨੇ ਸਾਨੂੰ ਸਿੱਧੇ ਤੌਰ ਦੇ ਉੱਤੇ ਇਹ ਗੱਲ ਕਹੀਤੀ ਕਿ ਅਸੀਂ ਜਿਹੜਾ ਜ਼ਮੀਨ ਵਾਲੇ ਦੇ ਉੱਤੇ ਤੁਸੀਂ ਗੱਲ ਨਾ ਕਰੋ, ਤੁਸੀਂ ਜ਼ਮੀਨ ਵਾਲਾ ਭੁੱਲ ਜਾਓ, ਜ਼ਮੀਨ ਆ ਜਿਹੜੀ ਜਿਹਦੇ ਲਵੇ ਹੈਗੀ ਆ ਉਹਨਾਂ ਲਵੇ ਰਹਿਣ ਦਿਓ। ਜੇ ਤੁਸੀਂ ਇਸ ਗੱਲ ਲਈ ਸਹਿਮਤੀ ਦਿੰਦੇ ਹੋ ਵੀ ਅਸੀਂ ਜ਼ਮੀਨ ਦੀ ਗੱਲ ਨਹੀਂ ਕਰਾਂਗੇ ਤਾਂ ਜਿਹੜੇ ਤੁਹਾਡੇ 17 ਬੰਦਿਆਂ ਦੇ ਉੱਤੇ ਪਰਚਾ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਹੋਇਆ, ਅਸੀਂ ਉਹਨਾਂ ਦੀ ਫੇਰ ਰਿਹਾਈ ਦੀ ਗੱਲ ਕਰਾਂਗੇ। ਪਹਿਲਾਂ ਇਸ ਗੱਲ ਦੀ ਸਹਿਮਤੀ ਦਿਓ ਵੀ ਅਸੀਂ ਉਸ ਜ਼ਮੀਨ ਦੇ ਵਿੱਚ ਦੁਬਾਰਾ ਨਹੀਂ ਜਾਵਾਂਗੇ। ਤੇ ਲਗਾਤਾਰ ਉਸ ਤੋਂ ਬਾਅਦ ਜਦੋਂ ਇਹ 2 ਵਾਰ ਮੁੱਕਰ ਚੁੱਕੇ ਨੇ ਰਿਹਾਈ ਦੀ ਮੰਗ ਨੂੰ ਲੈ ਕੇ, ਤੇ ਹੁਣ ਵੀ ਮਤਲਬ ਸ਼ੁੱਕਰਵਾਰ ਦਾ ਜਿਹੜਾ ਕੱਲ ਸ਼ੁੱਕਰਵਾਰ ਆਉਣਾਗਾ, ਇਹ ਸ਼ੁੱਕਰਵਾਰ ਨੂੰ ਉਹਨਾਂ ਨੇ ਕਿਹਾ ਸੀ, ਐਸਐਸਪੀ ਸਾਹਿਬ ਨੇ ਭਰੋਸਾ ਦਿੱਤਾ ਸੀਗਾ ਅਸੀਂ ਵੀ ਇਹਨਾਂ ਬੰਦਿਆਂ ਨੂੰ ਉਹ ਬਿਨਾਂ ਸ਼ਰਤ ਰਿਹਾ ਕਰਾਂਗੇ। ਪਰ ਹਾਲੇ ਤੱਕ ਰਿਹਾਈ ਵਾਲਾ ਜਿਹੜਾ ਉਹ ਕੋਈ ਰੋਹ ਲੱਗਦਾ ਨਹੀਂ ਹੈਗਾ। ਇੱਥੇ ਬੈਠੇ ਲੋਕਾਂ ਨੂੰ ਜਿਹੜਾ ਲਗਾਤਾਰ ਉਹ ਡਾਕਟਰ ਸਾਹਿਬ ਨੇ ਆਪਣੇ ਬੰਦਿਆਂ ਰਾਹੀਂ ਧਮਕੀਆਂ ਉਹ ਭੇਜ ਰਹੇ ਨੇ ਕਿ ਅਸੀਂ ਤੁਹਾਨੂੰ ਪਿੰਡ ਦੇ ਵਿੱਚ ਵੜਨਾ ਬੰਦ ਕਰ ਦਾਂਗੇ, ਅਸੀਂ ਤੁਹਾਡੀਆਂ ਲੱਤਾਂ ਤੋੜ ਦਾਂਗੇ, ਜਿਵੇਂ ਤੁਹਾਨੂੰ ਪਹਿਲਾਂ ਘੜੀਸ ਕੇ ਕੁੱਟਿਆ ਹੁਣ ਦੁਬਾਰਾ ਫੇਰ ਕੁੱਟਾਂਗੇ, ਤੁਹਾਨੂੰ ਅਸੀਂ ਰਕਬੇ ਕੱਟ ਕੇ ਦੇਵਾਂਗੇ, ਅਸੀਂ ਤੁਹਾਡੇ ਜਿਹੜੇ ਘਰ ਪਾਏ ਹੋਏ ਨੇ ਕਲੋਨੀਆਂ ਦੇ ਵਿੱਚ ਉਹ ਘਰਾਂ ਨੂੰ ਢਹਾ ਦਾਂਗੇ। ਉਹ ਲੋਕ ਨੇ ਜਿਹੜਾ ਉਹ ਤਾਂ ਕਹਿ ਰਹੇ ਨੇ ਕਿਉਂਕਿ ਡਾਕਟਰ ਬਲਵੀਰ ਸਾਹਿਬ ਨੇ ਜਿਹੜੇ ਉਹ ਉਹਨਾਂ ਦੀ ਪਿੱਠ ਦੇ ਉੱਤੇ ਖੜੇ ਹੋਏ ਨੇ ਆ ਕੇ। ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਇਸ ਪੰਚਾਇਤੀ ਜ਼ਮੀਨ 'ਚ ਇਸ ਮਸਲੇ 'ਚ ਕੀ ਇੰਟਰਸਟ ਆ ਤੁਹਾਨੂੰ? ਇਹ ਤੁਸੀਂ ਕਿਉਂ ਵਾਰ-ਵਾਰ ਕਹਿ ਰਹੇ ਹੋ ਕਿ ਡਾਕਟਰ ਬਲਬੀਰ ਸਿੰਘ ਦੇ ਵਿੱਚ ਹੱਥ ਆ? ਡਾਕਟਰ ਬਲਬੀਰ ਸਿੰਘ ਦਾ ਹੱਥ ਅਸੀਂ ਇਸ ਕਰਕੇ ਕਹਿ ਰਹੇ ਕਿਉਂਕਿ ਪਿੰਡ ਦੇ ਵਿੱਚ ਜਿੱਦੇ ਬੋਲੀ ਹੋਈ ਆ ਇੱਕ ਦਿਨ ਪਹਿਲਾਂ ਉਹ ਜਾਂਦੇ ਨੇ, ਉਹਨਾਂ ਨਾਲ ਮੀਟਿੰਗ ਕਰਕੇ ਆਉਂਦੇ ਨੇਗੇ ਕਿ ਜ਼ਮੀਨ ਹੈ ਜਿਹੜੀ ਉਹ ਤੁਹਾਡੇ ਲਈ ਰਹੂਗੀ, ਵੀ ਬੋਲੀ ਕਿਤੇ ਮਰਜ਼ੀ ਹੋ ਜਾਵੇ ਜਰਨਲ ਵਰਗ ਨਾਲ। ਤੇ ਸਾਡੇ ਲੋਕਾਂ ਨੂੰ ਵੀ ਉਹਨਾਂ ਨੇ ਭਰੋਸਾ ਦਿੱਤਾ ਕਿ ਜ਼ਮੀਨ ਤੁਹਾਡੇ ਹੱਕ ਦੇ ਵਿੱਚ ਹੋਊਗੀ ਤੇ ਪੁਲਿਸ ਲਾ ਕੇ ਜਿਹੜਾ ਸਾਰਾ ਕੁਝ ਹੋਇਆਗਾ ਉਹ ਸਭ ਨੂੰ ਮਤਲਬ ਕਿਸੇ ਤੋਂ ਲੁਕਿਆ ਨਹੀਂ ਹੈ। ਦੂਜੇ ਪਾਸੇ ਉਸੇ ਪਿੰਡ ਦੇ ਵਿੱਚ ਪ੍ਰੀਤ ਕੰਬਾਈਨ ਦਾ ਜਿਹੜਾ ਮਾਲਕ ਆ ਉਹਦੀ ਜਿਹੜੀ ਇੱਕ ਵੱਡੀ ਵੱਡੇ ਜਿਹੜਾ ਰਕਬਾ ਜ਼ਮੀਨ ਦਾ ਪਿਆਗਾ, ਕਿਉਂਕਿ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਇਹ ਸਾਰਾ ਘੋਲ ਲੜਿਆ ਜਾ ਰਿਹਾ। ਉਹਨਾਂ ਨੂੰ ਕਿਤੋਂ ਇਸ ਚੀਜ਼ ਦਾ ਪਤਾ ਲੱਗਿਆ ਕਿ 17 ਕਿੱਲਿਆਂ ਤੋਂ ਉੱਪਰਲੀ ਜ਼ਮੀਨ ਨੂੰ ਜਿਹੜਾ ਵੰਡਾਉਣ ਦੀ ਗੱਲ ਕਰਦੇ ਨੇਗੇ, ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਬੈਠ ਗਈ ਜਿਹੜੇ ਪ੍ਰੀਤ ਕੰਬਾਈਨ ਵਾਲੇ ਨੇ ਵੀ ਮੇਰੇ ਕੋਲ ਜਿਹੜੀ 3000 ਏਕੜ ਜਿਹੜੀ ਬਿੱਘਾ ਜ਼ਮੀਨ ਹੈਗੀ ਵੀ ਕਿਤੇ ਇਹ ਜ਼ਮੀਨ ਨੂੰ ਕਿਤੇ ਪੰਚਾਇਤੀ ਜ਼ਮੀਨ ਤੋਂ ਬਾਅਦ ਕਿਤੇ ਮੇਰੇ ਵਾਲੇ ਪਾਸੇ ਨੂੰ ਨਾ ਆ ਜਾਣਾ। ਤੇ ਉਹਨਾਂ ਨੇ ਜਿਹੜਾ 5 ਲੱਖ ਰੁਪਇਆ ਉਹ ਪਿੰਡ ਦੇ ਘੜਮ ਚੌਧਰੀਆਂ ਨੂੰ ਜਿਹੜੇ ਪਹਿਲਾਂ ਮਤਲਬ ਜ਼ਮੀਨ ਬਾਹਰ ਰਹੇ ਤੇ ਉਹਨਾਂ ਨੂੰ ਦਿੱਤਾ। ਤੇ ਉਹਨਾਂ ਦੇ ਵਿੱਚ ਰਸੂਖ ਕਿਉਂਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹ ਰਹੇ ਨੇਗੇ, ਅਕਾਲੀ ਦਲ ਦੇ ਵਿੱਚ ਧੂਰੀ ਤੋਂ ਚੋਣ ਲੜ ਚੁੱਕੇ ਨੇਗੇ ਤੇ ਉਹਨਾਂ ਦੀ ਜਿਹੜੀ ਬੇਟੀ ਹੈਗੀ ਉਹ ਵੀ ਕਾਂਗਰਸੀ ਆਗੂ ਨੇ ਜਿਹੜੇ ਧਮਾਨ ਸਾਹਿਬ, ਉਹਨਾਂ ਦੇ ਘਰ ਜਿਹੜੀ ਵਿਆਹੀ ਹੋਈ ਹੈ। ਮਤਲਬ ਪੋਲੀਟੀਕਲ ਉਹਨਾਂ ਦਾ ਰਸੂਖ ਚੰਗਾ ਹੈਗਾ, ਉਹਦੇ ਕਰਕੇ ਜਿਹੜਾ ਡਾਕਟਰ ਬਲਵੀਰ ਸਾਹਿਬ ਨਾਲ ਉਹਨਾਂ ਦਾ ਚੰਗਾ ਜਿਹੜਾ ਮੇਲ ਜੋਲ ਹੈਗਾ। ਤੇ ਪਿੰਡ ਦੇ ਵਿੱਚ ਉਹਨਾਂ ਜਿਹੜੇ ਲੋਕ ਨੇਗੇ ਉਹਨਾਂ ਨਾਲ ਮੀਟਿੰਗ ਹੋਣ ਕਰਕੇ ਇਹਨਾਂ ਦਾ ਜਿਹੜਾ ਸਾਂਝਾ ਇੱਕ ਗੱਠਜੋੜ ਬਣਿਆ ਕਿ ਜਿਹੜੀ ਦਲਿਤਾਂ ਨੂੰ ਇਹ ਜ਼ਮੀਨ ਉਹ ਲੈਣ ਨਹੀਂ ਦੇਣੀ ਤੇ ਉਹ ਮਤਲਬ ਪਿੰਡ ਦੇ ਵਿੱਚੋਂ ਢਾਲ ਕੀਤੀ ਗਈ। ਉਹਦੇ ਵਿੱਚੋਂ ਡਾਕਟਰ ਸਾਹਿਬ ਨੂੰ ਜਿਹੜਾ ਸਾਡਾ ਹੈਗਾ ਵੀ 8-9 ਇਹਨਾਂ ਦੇ ਪਿੰਡ ਦੇ ਹੀ ਕਿਸੇ ਜ਼ਿਮੀਂਦਾਰ ਤੋਂ ਸਾਨੂੰ ਪਤਾ ਲੱਗਿਆ ਸੀਗਾ ਕਿ ਜਿਹੜਾ 9 ਲੱਖ ਰੁਪਇਆ ਲਗਭਗ ਉਹ ਡਾਕਟਰ ਸਾਹਿਬ ਨੂੰ ਦਿੱਤਾ ਤੇ ਇੱਥੋਂ ਡੀਐਸਪੀ ਨਾਭਾ ਨੂੰ ਤੇ ਹੋਰ ਜਿਹੜੇ ਪੁਲਿਸ ਦੇ ਵੱਡੇ ਅਧਿਕਾਰੀ ਨੇਗੇ ਉਹਨਾਂ ਨੂੰ ਇਹ ਸਾਰਾ ਮਤਲਬ ਪਰਚਾ ਦਰਜ ਕਰਨ ਦਾ ਤੇ ਦਲਿਤਾਂ ਨੂੰ ਕੋਲੋਂ ਜ਼ਮੀਨ ਖੋਹਣ ਦਾ ਜਿਹੜਾ ਦਿੱਤਾ ਗਿਆਗਾ
ਉਹ ਸਾਨੂੰ ਪਹਿਲਾਂ ਹਲੇ ਇੱਕ ਇਹ ਭੁਲੇਖਾ ਹੈਗਾ ਸੀਗਾ ਕਿ ਡਾਕਟਰ ਸਾਹਿਬ ਇਹਦੇ ਵਿੱਚ ਇਨਵੋਲਵ ਸ਼ਾਇਦ ਹੋਣ ਕਿ ਜਾਂ ਨਾ ਹੋਣ, ਪਰ ਜਦੋਂ 2 ਤਰੀਕ ਨੂੰ ਮੀਟਿੰਗ ਹੋਈ ਆ, ਡਾਕਟਰ ਸਾਹਿਬ ਇਹ ਗੱਲ ਕਹਿ ਰਹੇ ਨੇ, ਅਸੀਂ ਉਹਨਾਂ ਨੂੰ ਕਾਨੂੰਨ ਦੀਆਂ ਕਾਪੀਆਂ ਦਿਖਾਈਆਂ ਵੀ ਆਹ ਕਾਨੂੰਨ ਕਹਿੰਦਾ ਹੈਗਾ। ਅਸੀਂ ਪਿੰਡ ਦੇ ਵਿੱਚ ਉਹਦੀ ਬੰਦੇ ਦੀ ਰਿਪੋਰਟ ਲਈ ਚਿੱਟੇ ਦੇ ਜਿਹੜੇ ਜਾਂ ਹੋਰ ਕੇਸ ਨੇਗੇ ਉਸ ਬੰਦੇ ਦੇ ਉੱਤੇ ਪਏ ਹੋਏ ਨੇ, ਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਜ਼ਮੀਨ ਆ ਜਿਹੜੀ ਉਹ ਤੁਸੀਂ ਛੱਡ ਦਿਓ, ਫੇਰ ਆ ਜਿਹੜੀ ਕਿਸੇ ਪਾਸੇ ਉਹ ਗੱਲ ਨਿਮੇੜਾਂਗੇ। ਉਸ ਤੋਂ ਇਹ ਚੀਜ਼ ਸਾਫ਼ ਹੋਊਗੀ ਕਿ ਜਿਹੜਾ ਡਾਕਟਰ ਸਾਹਿਬ ਦਾ ਜਿਹੜਾ ਉਹਨਾਂ ਦੇ ਉੱਤੇ ਹੱਥ ਹੈਗਾ, ਤੇ ਇੱਥੇ ਆਮ ਆਦਮੀ ਪਾਰਟੀ ਜਿਹੜੀ ਇਹ ਕਹਿੰਦੀ ਤੀ ਸੀ ਲੋਕਾਂ ਦੀ ਸਰਕਾਰ ਆਗੇ, ਉਹ ਪਿੰਡ ਦੇ ਵਿੱਚ ਇੱਕ ਚਿੱਟਾ ਵੇਚਣ ਵਾਲੇ ਦੀ ਜਿਹੜੀ ਹਮਾਇਤ ਕਰ ਰਹੇ ਨੇ, ਜਿਹੜੇ ਕਾਨੂੰਨ ਦੇ ਹਵਾਲੇ ਦੇ ਕੇ ਸਰਕਾਰਾਂ ਵੀ ਕਾਨੂੰਨ ਦੇ ਵਿੱਚ ਆਹ ਲਿਖਿਆ ਹੋਇਆ ਹੈ, ਸਰਕਾਰਾਂ ਲਾਗੂ ਨਹੀਂ ਕਰ ਰਹੀਆਂ, ਉਸੇ ਕਾਨੂੰਨ ਨੂੰ ਪਾਸੇ ਰੱਖ ਕੇ ਜਿਹੜਾ ਉਹ ਸਰੇਆਮ ਇੱਥੇ ਜਿਹੜੀ ਮਰੌੜ ਦੇ ਵਿੱਚ ਤੇ ਹੋਰ ਕਈ ਪਿੰਡਾਂ ਦੇ ਵਿੱਚ ਇਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਹੈਗੀ। ਤੇ ਇਹ ਅਸੀਂ ਜਿਹੜਾ ਗੁੰਡਾਗਰਦੀ ਦਾ ਜਵਾਬ ਦੇਣ ਵਾਸਤੇ ਅੱਜ ਦਿਨ ਰਾਤ ਦਾ ਜਿਹੜਾ ਇੱਥੇ ਸਾਡਾ ਲਗਭਗ 5ਵਾਂ ਦਿਨ ਹੈਗਾਗਾ, ਤੇ ਇੱਥੇ ਜਿਹੜਾ ਮੋਰਚਾ ਉਹ ਲਗਾਤਾਰ ਸਾਡਾ ਚੱਲ ਰਿਹਾ ਹੈਗਾ। ਤਾਂ ਆਪਾਂ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਕੀਤੀ ਆ ਕਿ ਮਾਮਲਾ ਸਾਰਾ ਕੀ ਆ। ਜਿਹੜੀਆਂ ਔਰਤਾਂ ਇੱਥੇ ਬੈਠੀਆਂ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਕਿਸ ਤਰੀਕੇ ਨਾਲ ਉਹ ਰਹਿ ਰਹੀਆਂ ਨੇ, ਕਿਵੇਂ ਮਜਬੂਰੀ ਬਣ ਜਾਏ ਕੋਈ ਇੱਥੇ ਆ ਕੇ ਰਹਿਣ ਲਈ ਮਜਬੂਰ ਹੋਈਆਂ ਨੇ, ਇੱਥੇ ਕਿਵੇਂ ਦਿਨ ਰਾਤ ਉਹ ਕੱਟ ਰਹੇ ਆ। ਮਾਤਾ ਜੀ, ਕਿਉਂ ਤੁਹਾਡੇ ਲਈ ਇਹ ਜ਼ਮੀਨ ਇੰਨੀ ਜ਼ਰੂਰੀ ਆ, ਤੇ ਤੁਸੀਂ ਇੱਥੇ ਕਿਉਂ ਤੁਹਾਡਾ ਮਨ ਬਣਿਆ ਕਿ ਤੁਹਾਨੂੰ ਧਰਨੇ ਤੇ ਜਾਣਾ ਚਾਹੀਦਾ, ਇੱਥੇ ਦਿਨ ਰਾਤ ਆਪਦਾ ਘਰ ਛੱਡ ਕੇ, ਘਰ ਦਾ ਆਰਾਮ ਛੱਡ ਕੇ ਜਿਹੜਾ ਇੱਥੇ ਉਹ ਬੈਠਣਾ ਚਾਹੀਦਾ, ਤੁਹਾਨੂੰ ਕਿਉਂ ਲੱਗਿਆ? ਸਾਨੂੰ ਜੀ ਔਖਾ ਬਹੁਤ ਹੋ ਗਿਆ। ਹੁਣ ਅੱਗੇ ਟਾਈਮ ਲੰਘੀ ਜਾਂਦਾ ਸੀ, ਹੁਣ ਹਰੇਕ ਥਾਂ ਮੈਂ ਅਗਲਾ ਸਪਰੇਹਾਂ ਕਰਦਾ ਦਾ ਜੀ। ਸਾਡੇ ਬਜ਼ੁਰਗਾਂ ਦੀ ਵੀ ਲੰਘੀ, ਸਾਡੀ ਵੀ ਲੰਘੀ ਜੀ। ਹੁਣ ਸਾਡੇ ਬੱਚਿਆਂ ਨੇ ਸਾਨੂੰ ਆਇਆ ਵੀ ਸਾਨੂੰ ਤਾਂ ਬਹੁਤ ਔਖੇ ਲੰਘੇ ਸੀ, ਸਾਡੇ ਬੱਚਿਆਂ ਦੀ ਜ਼ਿੰਦਗੀ ਸਿਖਾਈ ਹੋਵੇ। ਹਾਂਜੀ, ਅਸੀਂ ਆਪਦਾ ਤੀਜੇ ਹਿੱਸਾ ਮੰਗਦਾ ਜੀ, ਸਾਨੂੰ ਦੇਣ ਨਹੀਂ ਦਿੰਦਾ ਪਿੰਡ ਸਾਡਾ। ਸਾਡੇ ਤੇ ਬਹੁਤ ਉਹ ਕਰ ਰਹੇ ਨੇ, ਨਾ ਸਾਡੀ ਪ੍ਰਸ਼ਾਸਨ ਸੁਣਦੀ ਹੈ, ਨਾ ਸਾਡਾ ਨਗਰ ਸੁਣਦਾ ਜੀ। ਸਾਡੀ ਕੋਈ ਸ਼ਰਮਾਈ ਨਹੀਂ ਹੋ ਰਹੀ ਹੈਗੀ। ਸਾਨੂੰ 6ਵਾਂ ਮਹੀਨਾ ਲੱਗ ਗਿਆ ਜੀ, ਆਹ 4 ਤਰੀਕ ਤੋਂ ਫਿਰਦਿਆਂ ਨੂੰ। ਹੁਣ ਸਾਨੂੰ 5ਵਾਂ ਦਿਨ ਜੀ ਇੱਥੇ ਹੋ ਗਿਆ ਬੈਠਿਆਂ ਨੂੰ। ਸਾਡੀ ਕੋਈ ਗੱਲ ਨਹੀਂ ਜੀ ਲਵੇ ਲੱਗ ਰਹੀ ਹੈਗੀ, ਨਾ ਕੋਈ ਮੰਤਰੀ ਸੁਣਦਾ, ਨਾ ਕੋਈ ਪ੍ਰਸ਼ਾਸਨ ਸੁਣਦਾ, ਨਾ ਕੋਈ ਸਾਡਾ ਨਗਰ ਸੁਣਦਾ। ਸਾਨੂੰ ਕੋਈ ਕਿਸੇ ਨੇ ਕੁੱਟਮਾਰ ਸਾਡੇ ਨਾਲ ਬਹੁਤ ਹੋਈ ਹੈਗੀ। ਤੁਹਾਡੇ ਨਾਲ ਕੁੱਟਮਾਰ ਹੋਈ? ਹਾਂ ਜੀ, ਕੁੱਟਮਾਰ ਸਾਡੀ ਬਹੁਤ ਹੋਈ ਹੈ। ਕਿਸੇ ਨੇ ਸਾਡੀ ਮਦਦ ਨਹੀਂ ਕਰੀ, ਸਾਡੇ ਪਿੰਡ ਦੇ ਨੇ ਨਹੀਂ ਕਰੀ, ਕਿਸੇ ਨੇ ਪ੍ਰਸ਼ਾਸਨ ਨੇ ਨਹੀਂ ਕਰਿਆ। ਪੁਲਿਸ ਨੇ ਲਾਠੀ ਚਾਰਜ ਕੀਤਾ ਜੀ ਤੁਹਾਡੇ? ਹਾਂ ਜੀ, ਹਾਂ, ਪੁਲਿਸ ਨੇ ਕਰਿਆ ਜੀ, ਕਰਾਇਆ ਪਿੰਡ ਨੇ ਜੀ। ਹਾਂ, ਪੈਸਾ ਦੇ ਕੇ ਵੱਧ ਤੋਂ ਵੱਧ ਜੀ ਪੈਸਾ ਦਿੱਤਾ। ਸਾਡੇ ਪਿੰਡ ਦੇ ਨੇ 25 ਰੁਪਏ ਬਿੱਗਾ ਢਾਲਿਆ ਹੈਗਾ ਵੀ ਸਾਡੇ ਔਰਤਾਂ ਵੱਧ ਤੋਂ ਵੱਧ ਕੁੱਟੋ, ਜਿੰਨੀਆਂ ਕੁੱਟੀਆਂ ਜਾਣ ਉਨੀਆਂ ਕੁੱਟੋ ਜੀ। ਹਾਂਜੀ, ਸਾਡੀ ਕੋਈ ਸ਼ਰਮਾਈ ਨਹੀਂ ਜੀ ਹੋ ਰਹੀ ਹੈਗੀ। ਹਾਂ, ਨਾ ਸਾਨੂੰ ਹੁਣ ਧਮਕੀਆਂ ਦਿੰਦੇ ਨੇ ਵੀ ਜ਼ਮੀਨ ਕਹਿੰਦਾ ਝਾਕਣਾ ਕੀ ਹੈ, ਤੁਹਾਡੇ ਪਲਾਟ ਵੀ ਢਹਾਵਾਂਗੇ। ਹੁਣ ਸਾਡੀ ਇਹੀ ਮੰਗ ਹੈ ਵੀ ਸਾਨੂੰ ਜ਼ਮੀਨ ਵੀ ਜ਼ਰੂਰੀ ਮਿਲਣੀ ਚਾਹੀਦੀ ਹੈ ਜੀ, ਸਾਡੇ ਪਲਾਟ ਵੀ ਸਾਡੇ ਨਾਲ ਹੋਣੇ ਚਾਹੀਦੇ ਨੇ। ਸਾਡੇ ਬੱਚੇ ਜਿਵੇਂ ਅਸੀਂ ਤੰਗ ਹੋ ਰਹੇ, ਸਾਡੇ ਬੱਚੇ ਤੰਗ ਨਾ ਹੋਣ ਜੀ, ਅਸੀਂ ਬਹੁਤ ਤੰਗ ਹੋ ਰਹੇ ਜੀ। ਹਾਂਜੀ, ਇੱਥੇ ਮੈਂ ਦੇਖ ਰਿਹਾ ਕਿ ਜ਼ਿਆਦਾਤਰ ਤੁਸੀਂ ਔਰਤਾਂ ਬੈਠੀਆਂ ਹੋ, ਤੇ ਤੁਹਾਡੇ ਮਰਦ ਕੀ ਉਹ ਕੰਮਕਾਰ ਕਰਦੇ ਨੇ ਜਾਂ ਫਿਰ ਉਹ ਧਰਨੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਹੇ? ਉਹ ਨਾ ਅਸੀਂ ਕਹਿ ਰਹੇ ਵੀ ਸ਼ਾਮਲ ਹੋਓ ਜੀ, ਅਸੀਂ ਤਾਂ ਆਪਣੇ ਦੁੱਖ ਦੇ ਮਾਰੇ ਇੱਥੇ ਬੈਠਾ। ਹਾਂ, ਵਿੱਚ ਜ਼ਿਮੀਂਦਾਰ ਡਰਾਈ ਜਾਂਦੇ ਨੇਗੇ ਵੀ ਤੁਸੀਂ ਹਾਂ ਅੱਗੇ ਨਾ ਹੋ, ਉਹ ਪਿੱਛੇ ਹਟੀ ਜਾਂਦੇ ਨੇ ਉਹ। ਹਾਂਜੀ, ਅੱਧੇ ਭਾਈ ਸਾਡੇ ਜੇਲ੍ਹ 'ਚ ਕਰਦੇ 18 ਬੰਦੇ। ਹੁਣ ਸਾਨੂੰ ਤਾਂ ਆਇਆ ਵੀ ਜੀ ਮਰ ਜਾਾਂਗੇ ਜਾਂ ਮਾਰ ਦਾਂਗੇ, ਜ਼ਮੀਨ ਅਸੀਂ ਛੱਡਣੀ ਨਹੀਂ ਹੈਗੀ। ਤੁਹਾਡੇ ਪਿੰਡ ਦੇ 18 ਬੰਦੇ ਜੇਲ੍ਹ 'ਚ ਨੇ? ਹਾਂਜੀ, ਉਹ 18 ਜੇਲ੍ਹ 'ਚ ਨੇ ਜੀ। ਉਹਨਾਂ ਨੇ ਵੀ ਹੁਣ ਲਿਕੜ ਨਹੀਂ ਦਿੰਦੇ ਜੀ, ਦਿੰਦੇ ਦੇ ਕੇ ਵੀ ਮੰਗਲਵਾਰ ਨੂੰ ਛੱਡਾਂਗੇ, ਕਦੇ ਕਹਿੰਦੇ ਨੇ ਵੀਰਵਾਰ ਨੂੰ ਛੱਡਾਂਗੇ, ਬੁੱਧਵਾਰ ਨੂੰ। ਕੋਈ ਦਿਨ ਨਹੀਂ ਸਾਡਾ ਲਵੇ ਲੱਗ ਰਿਹਾ ਜੀ। ਹੁਣ ਸਿਓ ਸਾਡੇ ਬੰਦਿਆਂ ਕਰਕੇ, ਜ਼ਮੀਨ ਕਰਕੇ ਅਸੀਂ ਪੱਕਾ ਹੀ ਧਰਨਾ ਲਾਇਆ, ਚਾਹੇ ਸਾਨੂੰ ਮਹੀਨਾ ਬਿਠਾ ਲੈਣ, 2 ਮਹੀਨੇ ਬਿਠਾ ਲੈਣ। ਹੁਣ ਇੱਥੋਂ ਅਸੀਂ ਹੱਲਣਾ ਨਹੀਂ ਹੈਗਾ ਜੀ, ਜਾਓਗੇ ਸਾਡਾ ਕੁਝ ਬਣਦਾ ਨਹੀਂ ਹੈਗਾ। ਹਾਂਜੀ, ਇੱਥੇ ਬੈਠਣਾ ਸੀ। ਮੇਨ ਮੰਗਾਂ ਨੇ ਕਿ ਵੀ ਜ਼ਮੀਨ ਤੁਹਾਨੂੰ ਮਿਲਣੀ ਚਾਹੀਦੀ। ਹਾਂਜੀ, ਜ਼ਮੀਨ ਮਿਲਣੀ ਚਾਹੀਦੀ ਹੈ ਜੀ। ਆਪਾਂ ਹੋਰ ਵੀ ਗੱਲਬਾਤ ਕਰਾਂਗੇ। ਇੱਥੇ ਕਿਵੇਂ ਫਿਰ ਦਿਨਚਰਿਆ ਕੀ ਰਹਿੰਦੀ ਹੈ ਜੀ ਇੱਥੇ? ਫਿਰ ਜਿਵੇਂ ਘਰੇ ਤਾਂ ਆਪਣਾ ਸਾਰਾ ਕੁਝ ਆਪਣੇ ਕੋਲ ਹੁੰਦਾ, ਰੋਟੀ ਪਾਣੀ ਦਾ, ਹੋਰ ਸਾਰੇ ਕਾਸੇ ਦਾ। ਇੱਥੇ ਫਿਰ ਉਹ ਸਹੂਲਤਾਂ ਤਾਂ ਹੈ ਨਹੀਂ, ਕਿਵੇਂ ਦਿਨ ਲੰਘਦਾ? ਅਸੀਂ ਵੀਰ ਜੀ ਰੋਟੀ ਆਪਣੀ ਬਣਾ ਕੇ ਖਾਂਦੇ ਆ ਜੀ। ਉਰੋਂ ਸਾਰਾ ਸਾਡਾ ਸਮਾਨ ਧਰਿਆ ਪਿਆ ਜੀ ਉਰੇ। ਅਸੀਂ ਰੋਟੀ ਪਾਣੀ, ਚਾਹ ਪਾਣੀ ਅਸੀਂ ਆਪ ਬਣਾ ਕੇ ਖਾਂਦੇ ਆ ਜੀ। ਹਾਂਜੀ, ਤੇ ਬਾਥਰੂਮ ਵਗੈਰਾ ਦੀ ਸਹੂਲਤ ਹੈ ਇੱਥੇ ਨੇੜੇ ਤੇੜੇ? ਹਾਂਜੀ, ਦਿਨ ਚ ਅਸੀਂ ਰਹਿ ਜਾਂਦੇ, ਰਾਤ ਨੂੰ ਅਸੀਂ ਉੱਧਰ। ਇੱਧਰ ਲਾਈਟ ਦਾ ਪ੍ਰਬੰਧ ਹੈ ਨਹੀਂ ਜੀ, ਮੇਰੇ ਸਾਨੂੰ ਔਖਾ ਜੀ ਫਿਰ। ਹਾਂਜੀ, ਕਿਵੇਂ ਫਿਰ ਇੰਨਾ ਮਤਲਬ ਗਰਮੀ ਦੇ ਵਿੱਚ ਬੈਠਣਾ ਕਿੰਨਾ ਕੁ ਔਖਾ ਲੱਗਦਾ? ਹੋਰ ਕੀ ਦਿੱਕਤ ਆਉਂਦੀ ਹੈ? ਮਜਬੂਰ ਹੋ ਕੇ ਬੈਠੇ ਆ ਜੀ ਅਸੀਂ। ਜਿਹੜੇ ਬੰਦੇ ਜਿਹੜੇ ਰੈਸਟ ਕਰ ਰਹੇ ਨੇ ਉਹਨਾਂ ਨੂੰ ਛੱਡ ਨਹੀਂ ਰਿਹਾ ਜੀ। ਹੁਣ ਅਸੀਂ 5-7 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ ਉਰੇ, ਅਸੀਂ ਮਜਬੂਰ ਹੋ ਕੇ ਬੈਠੇ ਆ ਜੀ। ਸਾਡਾ ਕੋਈ ਹੱਲ ਨਹੀਂ ਹੋ ਰਿਹਾ ਜੀ। ਅੱਛਾ, ਇੱਧਰ ਵੀ ਆਪਾਂ ਗੱਲਬਾਤ ਕਰਾਂਗੇ। ਮਾਤਾ ਜੀ, ਤੁਸੀਂ ਇੱਥੇ ਬੈਠੇ ਹੋ, ਗੁਰਦੁਆਰਾ ਸਾਹਿਬ ਦੇ ਕੋਲ ਬੈਠੇ ਹੋ, ਕਿ ਲੱਗਦਾ ਵੀ ਗੁਰੂ ਦਾ ਓਟ ਆਸਰਾ ਤੁਹਾਡੇ ਨਾਲ? ਹਾਂਜੀ, ਹੈਗਾ।
ਸਾਨੂੰ ਗੁਰੂ ਦਾ ਆਸਰਾ, ਸਾਨੂੰ ਬੰਦਿਆਂ ਦਾ ਆਸਰਾ ਨਹੀਂ ਹੈਗਾ। ਤੁਹਾਡੇ ਵਰਗੇ ਭੈਣ ਭਾਈਆਂ ਦਾ ਆਸਰਾ ਹੋ ਜੂ। ਜੇ ਬਲਵੀਰ ਡਾਕਟਰ ਨੂੰ ਕੋਈ ਤੋੜ ਆ ਕਾਸੇ ਦੀ, ਉਹ ਸਾਡੇ ਕੋਲ ਬਰਾਬਰ ਝਾਕੜੇ ਸਾਡੇ ਨਾਲ, ਉਹ ਵੀ ਲੈ ਲਵੇ ਜ਼ਮੀਨ ਜੇ ਉਹਨੂੰ ਲੋੜ ਆ, ਉਹ ਲੈ ਕੇ ਪੈਸੇ ਖਾਂਦਾ ਹੈ ਨਾ। ਸਾਡੇ ਪਿੱਛੇ ਵਿਜੇਤਾ ਤੋਂ ਲੈ ਕੇ ਪੈਸੇ ਖਾਂਦਾ, ਉਹ ਸਾਡੇ ਬਰੋਬਰ ਖੜ ਜਾਵੇ, ਜ਼ਮੀਨ ਲੈ ਲਵੇ ਜਿਹੜੀ THC ਦੀ ਆਉਂਦੀ ਆ, ਉਹ ਲਵੇਗਾ। ਫਿਰ ਇੰਨਾ ਭੁੱਖ ਕਿਉਂ ਦਿਖਾਉਂਦਾ? ਕੈਪਟਨ ਨੇ ਕਰਿਆ ਸੀਗਾ ਦੇਖਣ, ਬਾਦਲ ਨੇ ਕਰਿਆ ਸੀ, ਝਾੜੂ ਵਾਲੇ ਦੇਖ ਲਾ ਉਹਦੇ ਵਿੱਚ ਕਿਵੇਂ ਗੱਲਾਂ ਹੋ ਰਹੀਆਂ ਨੇ ਹੈ। ਅਸੀਂ ਕੁੱਟ ਕੇ ਰੱਖਦੀਆਂ ਪੁਲਿਸ ਨੇ। ਤੁਹਾਡੇ ਤੇ ਵੀ ਲਾਠੀ ਚਾਰਜ ਤੁਹਾਡੀ ਕੁੱਟ ਪਈ? ਮੇਰੇ ਭਗਾ ਕੇ ਮਾਰੀ ਮੈਂ, ਮੇਰੇ ਆ ਮਣਕਾ ਹਿੱਲ ਗਿਆ ਸੀ। ਗੌੜੀਆਂ ਦੀ ਖੇੜੀ ਡਾਕਟਰ ਪੁੱਛ ਲਈ, ਉਹਨੂੰ ਬਤਾ ਦਾਂਗੇ, ਉੱਥੇ ਜਾ ਕੇ ਠੀਕ ਹੋਈਆਂ। ਮੈਂ ਦੇਖ ਰਿਹਾ ਸੀ ਪਹਿਲਾਂ ਤੁਹਾਨੂੰ ਤਾਂ ਤੁਰਨ 'ਚ ਵੀ ਪ੍ਰੋਬਲਮ ਆ। ਹਾਂ, ਉਹਦੇ ਤਾਂ ਦੇਖਿਆ ਨੀ। ਫਿਰ ਇਹ ਕਾਸੇ ਦੀ ਭੁੱਖਾ ਤੁਹਾਨੂੰ ਦੱਸੇ ਇਹ ਕਿਉਂ ਦੁਨੀਆ ਦਾ ਸੁੱਖ ਢਿਆਉਂਦਾ? ਜਦ ਐਡਾ ਬੜਾ ਅਫਸਰ ਆਏ ਮੁਲਾਜ਼ਮ ਆ, ਸਾਡੇ ਘਰੇ ਕਦੇ ਪੇੜ 'ਚ ਪੁੱਛਣ ਦੀ ਗਈ ਪਿੰਡ 'ਚ, ਬਾਦਲ ਵੀ ਰਿਹਾ, ਕੈਪਟਨ ਵੀ ਰਿਹਾ ਹੈ, ਆ ਝਾੜੂ ਵਾਲੇ ਦੇ ਦੇਖ ਲਾ। ਫਿਰ ਇਹਨੂੰ ਬਲਵੀਰ ਡਾਕਟਰ ਨੂੰ ਸ਼ਰਮ ਨਹੀਂ ਆਉਂਦੀ? ਸਾਡੇ ਪਿੰਡ ਦੇ ਤਾਂ ਫੇਰ ਵੀ ਸਾਡੇ ਨਾਲ ਰਲ ਜਾਣਗੇ, ਇਹ ਸਾਡੇ ਪਿੰਡ 'ਚ ਬਣ ਜੋਗਾ ਹੀ ਰਹਿਣਾ। ਪਿੰਡ ਦੇ ਤਾਂ ਫੇਰ ਵੀ ਪਿੰਡ ਦੇ ਚੱਲ ਹੋ ਜਾਣਗੇ ਸਾਡੇ ਨਾਲ, ਇਹ ਬਣ ਜੋਗਾ ਰਹਿ ਜੂਗਾ। ਜਿਵੇਂ ਸਾਡੇ ਨਾਲ ਇਹ ਜੀ ਕਰੀ ਆ, ਕੋਈ ਧੀ ਨਹੀਂ ਦੇਖੀ, ਕੋਈ ਕੁੜੀ ਨਹੀਂ ਦੇਖੀ, ਕੋਈ ਬਹੂ ਨਹੀਂ ਦੇਖੀ, ਕੋਈ ਹੋਰ ਨਹੀਂ, ਕੁੱਟ ਕੇ ਮੁਰਦੀਆਂ ਪਾ ਕੇ। ਤੇ ਬੰਦੇ ਜੇਲ੍ਹ 'ਚ? ਬੰਦੇ 17 18 ਜੇਲ੍ਹ 'ਚ ਨੇ ਸਾਡੇ, ਜਿਹਦੇ ਦੋ ਨੇ ਜੇਲ੍ਹ 'ਚ, ਇੱਕ ਜੇਲ੍ਹ 'ਚ। ਦੱਸ ਅਸੀਂ ਕਿੱਥੋਂ ਖਾਈਏ? ਧਰਨਾ ਲਾਈਏ ਨਾ ਅਸੀਂ ਫਿਰ? ਜੇ ਤਾਂ ਮੰਨੂਗਾ ਨਹੀਂ, ਸਾਰਾ ਪੰਜਾਬ ਆ ਜਾਊਗਾ, ਫੇਰ ਲੱਗੂ ਪਤਾ ਇਹਨੂੰ ਵੀ ਹਾਂ। ਹੋਰ ਇੱਥੇ ਫਿਰ ਕਿੰਨੇ ਕੁ ਦਿਨ ਬੈਠਣ ਨੂੰ ਤਿਆਰ ਹੋ? ਅਸੀਂ ਬੈਠੇ ਹੀ ਰਹਾਂਗੇ, ਦੇਖੀ ਜਾਊਗੀ। ਚਾਹੇ ਮਰਨਾ, ਚਾਹੇ ਮਰ ਜਾਗੇ, ਨਹੀਂ ਮਾਰ ਦਾਂਗੇ ਕਿਸੇ ਨੂੰ। ਪਹਿਲਾਂ ਵੀ ਤਾਂ ਅਸੀਂ ਮੁਕਾਬਲਾ ਪੂਰਾ ਹੋਇਆ ਸਾਡਾ, ਹੁਣ ਵੀ ਹੋ ਜੂ। ਉਹ ਦੇਖੀ ਜਾਓ, ਜਿਹੜਾ ਕੁਛ ਹੋ ਗਿਆ ਤਾਂ ਹੋ ਗਿਆ। ਕੁੱਟ ਤਾਂ ਖਾਏ ਲਈ ਅਸੀਂ, ਹੁਣ ਬੁੜੀਆਂ ਤੀਵੀਆਂ ਨੇ ਕੁੱਟ ਖਾ ਲਈ। ਅੱਛਾ, ਕੰਮ ਮਰਦ ਸਾਰੇ ਜੇਲ੍ਹ 'ਚ ਆ, ਤੁਸੀਂ ਇੱਥੇ ਧਰਨੇ ਤੇ ਬੈਠੇ ਹੋ, ਫਿਰ ਘਰ ਦੇ ਖਰਚੇ ਹੋਰ ਸਾਰਾ ਕੁਝ ਕਿਵੇਂ ਚੱਲੂਗਾ? ਰਿਸ਼ਤੇਦਾਰ ਕੋਈ ਦੇ ਗਿਆ ਕੁਛ, ਕੋਈ ਕਿਵੇਂ, ਟਾਈਮ ਬਹੁਤ ਔਖਾ ਕਰਦੇ ਆ। ਅਸੀਂ ਜੱਟ ਤੋਂ ਕਿਸੇ ਤੋਂ ਚੀਜ਼ ਨਹੀਂ ਮੰਗੀ, ਨਾ ਸਾਡੇ ਕੋਈ ਆਵੇ, ਕੋਈ ਆਉਣਾ ਨਹੀਂ ਦੇਣ ਜਾ ਕੇ ਪੈਸੇ ਤਾਂ ਭਰਦੇ ਨੇ ਇਹਨੂੰ, ਇਹ ਭੁੱਖਾ ਖਾਣ ਦਾ। ਇਹ ਮੁਲਾਜ਼ਮਾਂ ਕੇ ਪੈਸੇ ਖਾਂਦਾ ਲੋਕਾਂ ਤੋਂ। ਮੁਲਾਜ਼ਮਾਂ ਦੇਖ ਲੈ ਕਿੱਡਾ ਅਵਸਰ ਆਏ। ਕਦੇ ਕੈਪਟਨ ਦਾ ਨਾਮ ਆਇਆ ਸੀ, ਕਦੇ ਬਾਦਲ ਦਾ ਆਇਆ ਸੀ, ਕਦੇ ਸਾਡੇ ਵਿਹੜੇ 'ਚ ਪੁਲਿਸ ਨਹੀਂ ਸੀ ਗਈ। ਜਿਹੜੇ ਸਾਡੇ ਕੀੜੀਆਂ ਵਾਂਗੂ ਪੁਲਿਸ ਵੇਚਦੀ ਅੰਦਰ ਵਿਹੜੇ 'ਚ ਵੀ, 12 ਧੱਕੇ ਮਾਰਦੇ ਜਾ। ਹਾਂ। ਅੱਛਾ, ਇੱਕ ਇਹ ਜ਼ਰੂਰ ਦੱਸੋ ਵੀ ਇਹ ਜ਼ਮੀਨ ਤੁਹਾਡੇ ਲਈ ਕਿੰਨੀ ਕੁ ਜ਼ਰੂਰੀ ਆ? ਵੈਸੇ ਇਸ ਤੋਂ ਪਹਿਲਾਂ ਮਤਲਬ ਕਿ ਜੇ ਤੁਹਾਨੂੰ ਇਹ, ਕਿਉਂਕਿ ਹੁਣ ਜਾਗਰਤੀ ਹੋਣ ਆ ਰਹੀ ਆ ਕਿ ਜ਼ਮੀਨ ਜਿਹੜੀ ਆ ਉਹ ਤਾਂ ਤੀਜੇ ਹਿੱਸੇ ਦੀ ਮਿਲਦੀ ਆ, ਇਦੋਂ ਪਹਿਲਾਂ ਤੁਸੀਂ ਫਿਰ ਕਿਵੇਂ ਗੁਜ਼ਾਰਾ ਕਰਦੇ ਸੀ, ਤੇ ਹੁਣ ਤੁਹਾਨੂੰ ਕਿਉਂ ਲੱਗਦਾ ਕਿ ਇਹ ਜ਼ਮੀਨ ਜ਼ਰੂਰੀ ਆ ਸਾਡੇ ਲਈ? ਹੁਣ ਸਾਡੇ ਜੀ ਪਹਿਲਾਂ ਸਾਡਾ ਟਾਈਮ ਲੰਘਿਆ ਜੀ, ਮਾਂਗਰ ਬਜ਼ੁਰਗਾਂ ਵੀ ਲੰਘਿਆ ਜੀ। ਸਾਨੂੰ ਇਹ ਜ਼ਰੂਰੀ ਆ ਜੀ, ਸਾਡੇ ਜਵਾਕਾਂ ਨੂੰ ਕੁਝ ਸਹਿਣਾ ਪੈ ਜਾਵੇ, ਆਪਦੀ ਜ਼ਮੀਨ ਆਪ ਖੇਤੀ ਕਰਨ ਜੀ, ਇਹਦਾ ਜਰਾ ਆਪਦੇ ਖੇਤਾਂ ਵਿੱਚੋਂ ਲਿਆਉਣ ਜੀ। ਇਹ ਜ਼ਰੂਰੀ ਹੈ ਸਾਨੂੰ ਤਾਂ ਜੀ। ਤਾਂ ਇਹ ਪੰਜਾਬ ਦੀਆਂ ਦਲਿਤ ਔਰਤਾਂ ਦੀ ਹਾਲਤ ਆ ਕਿ ਸਰਕਾਰ ਦੇ ਵਿੱਚ, ਕਿ ਇਹਨਾਂ ਦੇ ਸਾਰੇ ਜਿਹੜੇ ਲਗਭਗ 18 ਮਰਦ 18 ਬੰਦੇ ਇਸ ਪਿੰਡ ਦੇ ਉਹ ਜੇਲ੍ਹ ਦੇ ਵਿੱਚ ਨੇ। ਇਹ ਦਲਿਤ ਔਰਤਾਂ ਇਕੱਠੀਆਂ ਹੋ ਕੇ, ਲਗਭਗ ਜ਼ਿਆਦਾਤਰ ਇਸ ਧਰਨੇ ਦੇ ਵਿੱਚ ਦਲਿਤ ਔਰਤਾਂ ਹੀ ਨੇ, ਉਹ ਬੈਠੀਆਂ ਨੇ ਦਿਨ ਰਾਤ ਦੇ ਪੱਕੇ ਧਰਨੇ ਤੇ ਕਿ ਸਾਨੂੰ ਸਾਡੇ ਹਿੱਸੇ ਦੀ ਜ਼ਮੀਨ ਉਹ ਮਿਲਣੀ ਚਾਹੀਦੀ ਆ। ਕਾਨੂੰਨ ਵੀ ਇਹੀ ਕਹਿੰਦਾ ਕਿ ਦਲਿਤਾਂ ਨੂੰ ਜਿਹੜਾ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਜ਼ਮੀਨ ਉਹ ਮਿਲਣੀ ਚਾਹੀਦੀ ਹੈ, ਪਰ ਸਰਕਾਰ ਦੇ ਕੰਨ ਤੇ ਹਾਲ ਤੱਕ ਤਾਂ ਜੂੰ ਨਹੀਂ ਸਰਕ ਰਹੀ। ਉਹਨਾਂ ਦਾ ਪੱਖ ਵੀ ਲਵਾਂਗੇ, ਜਾਣਾਂਗੇ ਕਿ ਉਹ ਕਿਉਂ ਇਹਨਾਂ ਤੋਂ ਜਿਹੜਾ ਇਹਨਾਂ ਦਾ ਹੱਕ ਉਹ ਖੋ ਰਹੇ ਨੇ। ਤਾਂ ਇਹ ਸਾਰੇ ਕਾਸੇ ਬਾਰੇ ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਆਪਦੀ ਰਾਏ, ਸੁਝਾਅ, ਕੋਈ ਸਵਾਲ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ। ਇਸ ਵੀਡੀਓ ਨੂੰ ਸਾਂਝੀ ਵੀ ਜ਼ਰੂਰ ਕਰਿਓ ਜੀ। ਦੇਖਦੇ ਰਹੋ ਦੁਨੀਆ।